ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਵਾਲੀ ਕੁਲ ਆਲਮ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਵਾਈਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਡਭਾਗੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ। ਅੱਜ ਦਾ ਪਾਵਨ ਬਚਨ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 697 ਉੱਪਰ ਸਵਾਈਮਾਨ ਹੈ। ਜੈਤ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਇਸ ਸ਼ਬਦ ਦੇ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਲਿਓ ਉਸ ਪਰਮਾਤਮਾ ਦਾ ਨਾਮ, ਉਹਦੇ ਨਾਮ ਸਿਮਰਨ ਦੇ ਸਦਕਾ ਹੀ ਅਕਾਲ ਪੁਰਖ ਦੇ ਨਾਲ ਸਾਂਝ ਬਣ ਸਕਦੀ ਹੈ। ਉਹਦੀ ਉਸਤਤ ਦੇ ਨਾਲ ਹੀ ਪਰਮਾਤਮਾ ਦੇ ਨਾਲ ਸਾਂਝ ਬਣ ਸਕਦੀ ਹੈ ਜੇ ਅਸੀਂ ਉਹਦਾ ਸਿਮਰਨ ਕਰਦੇ ਹਾਂ, ਉਹਦੇ ਗੁਣਾਂ ਨੂੰ ਯਾਦ ਕਰਦੇ ਹਾਂ। ਪਰ ਜੇ ਇਹ ਨਾਮ ਪ੍ਰਾਪਤ ਕਰਨਾ ਹੈ ਤਾਂ ਫਿਰ ਗੁਰੂ ਦੇ ਨਾਲ ਸਾਂਝ ਬਣਾਉਣੀ ਪਵੇਗੀ, ਕਿਉਂਕਿ ਗੁਰੂ ਹੀ ਉਸ ਪਰਮਾਤਮਾ ਦੇ ਨਾਮ ਨੂੰ ਸਾਡੀ ਝੋਲੀ ਵਿੱਚ ਪਾ ਸਕਦਾ ਹੈ। ਸੋ ਅੱਜ ਦੀ ਇਸ ਸ਼ਬਦ ਦੀ ਆਰੰਭਤਾ ਜੋ ਹੈ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਕਰੜੇ ਸ਼ਬਦਾਂ ਵਿੱਚ ਕੀਤੀ। ਜਿੱਥੇ ਨਾਮ ਦੀ ਵਡਿਆਈ ਉਸ ਪਰਮਾਤਮਾ ਦੇ ਨਾਲ ਮਿਲਾਪ ਤੇ ਗੁਰੂ ਦੇ ਨਾਲ ਸਾਂਝ ਬਣਾਉਣ ਦੀ ਗੱਲ ਕੀਤੀ, ਉੱਥੇ ਨਾਲ ਹੀ ਸਤਿਗੁਰੂ ਜੀ ਨੇ ਇਸ ਸ਼ਬਦ ਦੀ ਆਰੰਭਤਾ ਵਿੱਚ ਬੜੇ ਕਰੜੇ ਸ਼ਬਦ ਵਰਤੇ। ਤੇ ਸ਼ਬਦ ਕੀ ਵਰਤੇ? ਮੇਰੀਆਂ ਭੈਣਾਂ ਬੈਠੀਆਂ ਨੇ, ਜਿਸ ਔਰਤ ਦੇ ਘਰ ਬਾਲ ਨਾ ਹੋਵੇ, ਬੱਚਾ ਨਾ ਹੋਵੇ, ਉਹਨੂੰ ਬਾਂਝ ਕਿਹਾ ਜਾਂਦਾ। ਤੇ ਗੁਰੂ ਸਾਹਿਬ ਨੇ ਇਸ ਸ਼ਬਦ ਦੀ ਆਰੰਭਤਾ ਵਿੱਚ ਇਹ ਬਖਸ਼ਿਸ਼ ਕੀਤਾ ਹੈ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ। ਧਿਆਨ ਦਿਓ ਜੀ, ਇਹ ਸ਼ਬਦ ਵਰਤੇ ਨੇ, ਪਰ ਕਿਸ ਵਾਸਤੇ ਵਰਤੇ ਨੇ, ਕਿਹਦੇ ਵਾਸਤੇ ਵਰਤੇ ਨੇ, ਇਹ ਬਹੁਤ ਜ਼ਰੂਰੀ ਹੈ। ਮਨ ਦੇ ਅੰਦਰ ਨਿਰਾਸ਼ਤਾ ਨਹੀਂ, ਆਸਾ ਰੱਖ ਕੇ ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਆਸ ਰੱਖ ਕੇ ਕੋਈ ਕਰਮ ਕਰਦੇ ਜੇ ਤੇ ਫਿਰ ਉਸ ਆਸ ਦੇ ਵਿੱਚੋਂ ਕੋਈ ਨਿਰਾਸ਼ਾ ਨਹੀਂ ਮੁੜਦਾ। ਜੇ ਆਸ ਰੱਖ ਕੇ ਆਈਏ ਨਾ, ਆਮ ਕਹਾਵਤ ਹੈ ਕਿ ਜੀਵੇ ਆਸਾ ਮਰੇ ਨਿਰਾਸ਼ਾ। ਨਿਰਾਸ਼ਾ ਮਨੁੱਖ ਕਦੇ ਜਿਉਂਦਿਆਂ ਵਿੱਚ ਨਹੀਂ ਆਉਂਦਾ। ਹਰ ਬੰਨੇ ਕੋਈ ਵੀ ਗੱਲ ਕਰਨੀ ਤੇ ਨਿਰਾਸ਼ਾਵਾਦੀ ਹੋ ਕੇ ਗੱਲ ਕਰਨੀ, ਉਹ ਕਦੇ ਜ਼ਿੰਦਗੀ ਨਹੀਂ ਜੀਉ ਸਕਦਾ। ਚਾਹੇ ਉਹਦੇ ਕੋਲ ਕਰੋੜਾਂ ਰੁਪਈਆ ਹੋਵੇ, ਨਿਰਾਸ਼ਾਵਾਦੀ ਹੋ ਕੇ ਜ਼ਿੰਦਗੀ ਜਿਉਣ ਵਾਲਾ ਮਨੁੱਖ ਮੋਇਆਂ ਦੇ ਬਰਾਬਰ ਹੈ। ਤੇ ਆਸਾਵਾਦੀ ਕੌਣ ਹੈ? ਜਿਹਦੇ ਮਨ ਵਿੱਚ ਆਸ ਹੈ ਕਿ ਮੈਂ ਇਹ ਕਰਮ ਕਰਨ ਲੱਗਾ, ਕੋਈ ਨਹੀਂ, ਇਹ ਫੇਲ ਹੋ ਗਿਆ ਤੇ ਅਗਲਾ ਕਰਮ ਕਰ ਲਵਾਂਗੇ। ਫਿਰ ਉਸ ਰੱਬ ਦੇ ਭਾਣੇ ਵਿੱਚ ਚੱਲਦਾ ਹੋਇਆ ਕਹਿ ਦਿੰਦਾ ਕਿ ਨਹੀਂ, ਜੋ ਉਹਦਾ ਹੁਕਮ ਹੈ ਅਸੀਂ ਹੋਰ ਕੋਈ ਕਾਰੋਬਾਰ ਕਰ ਲਵਾਂਗੇ, ਜਾਂ ਜਿਹੜਾ ਕਾਰੋਬਾਰ ਕਰ ਰਿਹਾ ਉਹਨੂੰ ਆਸ ਰੱਖ ਕੇ ਕਰੀ ਜਾਣਾ ਕਿ ਇੱਕ ਦਿਨ ਉਹ ਪ੍ਰਮਾਤਮਾ ਬੌੜੀ ਕਰੇਗਾ, ਭਲੀ ਕਰੇਗਾ। ਉਹ ਆਸਾ ਹੈ ਤੇ ਉਹ ਜਿਉਂਦਿਆਂ ਵਿੱਚ ਹੈ। ਉਹਦੇ ਕੋਲ ਦੰਬੜੀ ਇੱਕ ਵੀ ਨਾ ਹੋਵੇ ਤੇ ਉਹ ਜਿਉਂਦਿਆਂ ਵਿੱਚ ਹੈ। ਉਹਨੂੰ ਸੰਸਾਰ ਦੇ ਵਿੱਚ ਹੰਕਾਰ ਦੀ ਅੱਗ ਸਾੜਦੀ ਨਹੀਂ। ਅਸੀਂ ਅੱਜ ਦਾ ਇਹ ਸ਼ਬਦ ਜੋ ਵਿਚਾਰਨ ਲੱਗੇ ਹਾਂ, ਸਤਿਗੁਰੂ ਜੀ ਨੇ ਬੜੀ ਵੱਡੀ ਗੱਲ ਇਸ ਵਿੱਚ ਕਹੀ ਹੈ। ਪਰ ਕਈ ਕਿਹਨਾਂ ਨੂੰ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਨਾਮ ਨਹੀਂ ਵਸਦਾ,
सतगुरु जी ने नाल ही अगे बख्शिश की, तिन मात कीजै हर बांझा, वो मां नूं बांझ कर दिता जाना चाहिए। ਉਹਦੇ ਘਰ ਉਹ ਔਲਾਦ नहीं होनी चाहिए ਜਿਹੜੀ नाम सिमरन नहीं करती, ਜਿਹੜਾ अल्लाह अल्लाह वाहिगुरू वाहिगुरू राम राम का नाम नहीं जपती, ਜਿਹੜਾ उस अकाल पुरख का शुकराना नहीं करती। उस रूह के लिए सतगुरु जी ने शब्द वरत्या कि वो इंसान इस धरती के जम्मण तो चंगा सी कि उसकी मां बाझ रह जाती। क्यों ये गल कही? औरत का सुहापण उसकी जवानी विच बहुत हुंदा। घर दे विच बाल होवे ते औरत का अद्धा सुहापण चला जाता। हिंदुस्तान की धरती के उत्ते गोस्वामी तुलसी राम होए ने, जिन्हां ने एक दोहा लिखिया औरत दे लई। उन्होंने ये गल कही कि जे इस धरती के उत्ते औरत आई है, उन्होंने मां बनने का सुभाग प्राप्त हो गया। जे सच जाणियो, जे उस औरत के घर विच भगत सूरमा बलवान मनुख जमदा है, फिर तो वह आया होया उहदे घर विच जम्मिया होया बाल, उहदे अपना गवाया होया नूर उहदा सफला है। तो जे उस घर दे विच वो सूरमा दाता जां इस धरती के उत्ते अपने घर विच बाल नूं जन्म देण लग्या कोई बलवान बालक नूं जन्म नहीं देंदी, तो फिर उहनूं नूर गवाउण दा की लाभ? जननी जने तां भगत जन, कै दाता कै सूर, नहीं तां जननी बांझ रहे काहे गवाए नूर। ये तुलसीदास गोस्वामी तुलसीदास हिंदुस्तान की धरती उत्ते ये एक उदाहरण दिती है। तो ये सिख दा गुरु घर दे विच ये मुੱਢ कदीमां तो चलदा आ रहा है कि जे कोई चंगी उदाहरण किसी पासों मिल जाए तो उन्होंने धारण कर लेना चाहिए। इंसान की जिंदगी बदल सकती है। इत्थों भाव ये नहीं कि औरत गृहस्थ त्याग दे, औरत बच्चों को जन्म देना त्याग दे। कहण तो भाव यह है औरत का जीवन बड़ा महान है। चाहिए तो औरत नूं यह है कि वो अपने बाल नूं वेखो, जिहड़ी औरत गुरद्वारे धार्मिक स्थान किसी भी वर्ग की औरत है, वो धर्म के लिए कर्म करती है, उहदा बालक भी, उहदा पुत्र भी, उहदी धी भी उहदे मगर जाएगी। आम असीं देखते हैं पिंडां विच, तुसीं इत्थे गुरद्वारा साहिब आए जी, तुहाडा पुत्र तुहाडे पुत्रे तुहाडे नाल जिद करनगे कि असीं भी तुहाडे नाल गुरद्वारे जाना। जदों वो बचपन विच हुंदे ने तो माँ का फर्ज ये बनता है कि वो अपने बाल नूं नाल लैके आवे गुरुद्वारे। वो गुरु घर दे विच जां किसी भी धर्म के नाल रिलेटेड है, कोई भी धर्म के नाल, ते वो अपने बाल नूं उस धर्म स्थान ते खड़ के परमात्मा के नाम की महानता दर्शाए। ते सतगुरु कहंदे आ उहदा फिर आया होया जन्म सफल है। भगत कबीर जी ने बड़ा सुंदर वचन जिहड़ा वा वो उच्चारण किया कि इस धरती के उत्ते जिहड़ी औरत आई है, जिस कुल दे विच उहदा जन्म होया, ते उस औरत ने जिस कुल नूं निशान दिता, असीं कहंदे हां ना कि साडी कुल उच्ची हो गई, इस औरत ने साडे घर विच आण के एक बाल नूं जन्म दिता। खैर अज दा समा इस तरह का आ गया, हुण तो वैसे घटदा जा रहा, कुड़ी ते मुंडे विच बड़ा अंतर समझिया जाता। पर जे समझिए तो घर दे विच बाल हो जाए, चाहे वो कुड़ी है चाहे वो मुंडा है, घर दे विच बूटा तो लगा ना, बांझपन ते देना। ते भगत कबीर जी उन्होंने बड़े कड़े शब्दों के विच ये गल कही है कि कबीर जिहे कुल पूतना ज्ञान विचारी, जिस कुल दे विच बाल ने जन्म लैके परमात्मा के नाम की उहदे ज्ञान की गल की विचार नहीं कीती, उहदी मां इस धरती के उत्ते बांझ क्यों नहीं रह गई।
ਮਹਤਾਰੀ ਭਾਵ ਉਹਦੀ ਮਾਂ ਜਿਹੜੀ ਹੈ ਉਹ ਕੁੱਖ ਦੇ ਵਿੱਚੋਂ ਜਨਮ ਦੇਣ ਲਈ ਉਹ ਕਿਉਂ ਨਹੀਂ ਖਾਲੀ ਰਹਿ ਗਈ? ਕਿਉਂਕਿ ਇਸ ਧਰਤੀ ਦੇ ਉੱਤੇ ਸਭ ਤੋਂ ਵੱਡੀ ਗੱਲ ਹੈ ਪ੍ਰਮਾਤਮਾ ਦਾ ਨਾਮ। ਇਨਸਾਨ ਆਇਆ ਹੀ ਇਸੇ ਲਈ ਹੈ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਨਿੱਤ ਦੇ ਨੇਮੀ ਹਾਂ, ਬਾਣੀ ਪੜ੍ਹਨ ਵਾਲੇ ਹਾਂ, ਸੋਦਰ ਪੜ੍ਹਦੇ ਹਾਂ, ਅਤੇ ਸਤਿਗੁਰੂ ਜੀ ਤੇ ਰੋਜ਼ਾਨਾ ਸਾਡੀ ਝੋਲੀ ਵਿੱਚ ਦਾਤ ਪਾਉਂਦੇ ਨੇ, ਭਲਿਓ ਤੁਹਾਡਾ ਜੀਵਨ ਹੀ ਪ੍ਰਮਾਤਮਾ ਦੇ ਨਾਮ ਲਈ ਬਣਿਆ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਇਹ ਨਹੀਂ ਕਿਹਾ ਕਿ ਤੁਹਾਨੂੰ ਜਾਨਵਰ ਦੀ ਦੇਹ ਮਿਲੀ ਹੈ ਤਾਂ ਤੁਸੀਂ ਨਾਮ ਜਪਣਾ, ਤੁਹਾਨੂੰ ਪੰਛੀਆਂ ਦੀ ਜਿਹੜੀ ਹੈ ਉਹ ਜੂਨ ਮਿਲੀ ਹੈ ਤਾਂ ਨਾਮ ਜਪਣਾ ਨਹੀਂ। 84 ਲੱਖ ਜੂਨ ਵਿੱਚ ਉੱਤਮ ਜਨਮ ਸੁਭ ਮਾਨਸ ਦੇਹੀ। ਭਾਈ ਗੁਰਦਾਸ ਜੀ ਕਹਿੰਦੇ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਮਨੁੱਖ ਦਾ ਜਨਮ ਹੈ। ਕਿਉਂ? ਇਹ ਸਮਝ ਸਕਦਾ, ਅੱਖੀਂ ਵੇਖਣ, ਕਰਨ ਸੁਣ, ਮੁਖ ਸ਼ੁਭ ਬੋਲਣ, ਬਚਨ ਸੁਨੇਹੀ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਦੇ ਨਾਲ ਦੇਖ ਸਕਦਾ ਬੁਰਾ ਭਲਾ, ਕੰਨਾਂ ਦੇ ਨਾਲ ਇਹ ਸੁਣ ਸਕਦਾ, ਆਪਣੀ ਜ਼ਬਾਨ ਦੇ ਉੱਤੋਂ ਸ਼ੁਭ ਬਚਨ ਬੋਲ ਸਕਦਾ। ਇਸ ਕਰਕੇ ਇਸ ਧਰਤੀ ਦੇ ਉੱਤੇ ਇਸ ਇਨਸਾਨ ਦਾ ਬਹੁਤ ਵੱਡਾ ਮਹਾਤਮ ਹੈ, ਜੋ ਮਨੁੱਖਾ ਦੇਹੀ ਵਿੱਚ ਆ ਕੇ ਇਸ ਧਰਤੀ 'ਤੇ ਪੈਦਾ ਹੁੰਦਾ। ਭਲਿਆ ਤੇਰਾ ਕਰਮ ਹੀ ਹੈ ਕਿ ਤੂੰ ਪ੍ਰਮਾਤਮਾ ਦਾ ਨਾਮ ਸਿਮਰ। ਗੁਰੂ ਅਰਜਨ ਸਾਹਿਬ ਜੀ ਨੇ ਇਸੇ ਕਰਕੇ ਜੇ ਸਾਡੀ ਝੋਲੀ ਵਿੱਚ ਇਹ ਬਖਸ਼ਿਸ਼ ਰੂਪ ਵਿੱਚ ਪਾਇਆ ਨਾ ਕਿ ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਤੈਨੂੰ ਪ੍ਰਮਾਤਮਾ ਦੇ ਨਾਲ ਮਿਲਦੀ ਹੈ। ਨਹੀਂ ਤੇ 84 ਲੱਖ ਜੂਨਾਂ ਦੇ ਵਿੱਚ ਅਸੀਂ ਭੋਗਦੇ ਹੋਏ ਆਏ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਵੱਖ ਵੱਖ ਜੂਨਾਂ ਦੇ ਵਿੱਚ ਅਸੀਂ ਭੋਗਦੇ ਆਏ ਹਾਂ। ਸੱਪ ਦੀ ਜੂਨ ਵਿੱਚ ਜ਼ਹਿਰ ਘੋਲਿਆ, ਕੀੜਿਆਂ ਦੇ ਵਿੱਚ ਅਸੀਂ ਧਰਤੀ ਦੇ ਉੱਤੇ ਰੇਂਗਦੇ ਹੋਏ ਧਰਤੀ ਦੇ ਤਲ ਦੇ ਵਿੱਚ ਰਹਿੰਦਿਆਂ ਹੋਇਆਂ ਜੀਵਨ ਬਤੀਤ ਕੀਤਾ। ਪੰਛੀ ਆਕਾਸ਼ ਵਿੱਚ ਉੱਡ ਕੇ ਵੀ ਦੇਖ ਲਿਆ, ਮਿਲਿਆ ਕੁਛ ਨਹੀਂ। ਪ੍ਰਾਪਤ ਕਿੱਥੋਂ ਹੋਣਾ? ਇਸ ਇਨਸਾਨ ਦੀ, ਮਨੁੱਖ ਦੀ ਦੇਹ ਵਿੱਚ। ਜੇ ਸਤਿਗੁਰੂ ਕਹਿੰਦੇ ਇਸ ਦੇਹ ਦੇ ਵਿੱਚ ਆਣ ਕੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਇਹਦਾ ਭਾਵ ਇਹ ਨਹੀਂ, ਮੈਂ ਫਿਰ ਬੇਨਤੀ ਕਰਾਂ, ਨਿਰਾਸ਼ਾਵਾਦੀ ਨਹੀਂ ਹੋ ਕੇ ਜਾਣਾ ਕਿ ਅਵਰ ਕਾਜ ਸਾਰੇ ਕਾਰਜ ਤਿਆਗਦੇ ਨੇ। ਨਹੀਂ, ਸਤਿਗੁਰੂ ਜੀ ਨੇ ਇੱਕ ਥਾਂ ਹੋਰ ਬਚਨ ਕੀਤਾ ਕਿ ਹਸੰਦਿਆਂ ਚੱਲੰਦਿਆਂ ਪਿਨੰਦਿਆਂ ਵਿੱਚ ਹੋਵੇ ਮੁਕਤ। ਨਿਰਾਸ਼ਾਵਾਦੀ ਸ਼ਬਦ ਕੋਈ ਨਹੀਂ ਹੈ ਸਤਿਗੁਰੂ ਜੀ ਦੇ ਕੋਲ, ਪਰ ਸਮਝਾਇਆ ਇਹ ਹੈ ਕਿ ਜਿਹੜੇ ਤੁਸੀਂ ਕੰਮ ਕਰਦੇ ਪਏ ਜੇ ਇਹ ਕਿਸੇ ਲਾਭ ਨਹੀਂ, ਇਹ ਕੇਵਲ ਜ਼ਿੰਦਗੀ ਦੇ ਵਿੱਚ ਗੁਜ਼ਰਾਨ, ਜੋ ਗੁਜ਼ਾਰਾ ਸਾਡਾ ਚੱਲਦਾ ਉਹਦੇ ਵਾਸਤੇ ਹੈ। ਸਤਿਗੁਰੂ ਨੇ ਇਹ ਥੋੜ੍ਹਾ ਕਿਹਾ ਕਿ ਧਨ ਨਹੀਂ ਕਮਾਉਣਾ, ਮਾਇਆ ਇਕੱਠੀ ਨਹੀਂ ਕਰਨੀ, ਤੁਸੀਂ ਸਾਰੇ ਕਾਰਜ ਤਿਆਗ ਦਿਓ। ਨਹੀਂ, ਮੈਂ ਕਈ ਵਾਰ ਵਿਚਾਰ ਕੀਤੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਲਾਲੋ ਵਰਗੇ ਵੀ ਆਏ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਰਾਜੇ ਮਹਾਰਾਜੇ ਸ਼ਿਵਨਾਭ ਵਰਗੇ ਵੀ ਆਏ। ਇੱਕ ਪਾਸੇ ਭਾਈ ਲਾਲੋ ਕਿੱਲੇ ਘੜਨ ਵਾਲਾ ਆਮ ਇਨਸਾਨ, ਦੂਜੇ ਪਾਸੇ ਰਾਜ ਮਹਿਲਾਂ ਦੇ ਵਿੱਚ ਜੰਮਿਆ ਪਲਿਆ, ਰਾਜ ਮਹਿਲਾਂ ਦੇ ਵਿੱਚ ਰਾਜ ਭਾਗ ਕਮਾਉਂਦਾ ਹੋਇਆ ਇਸ ਧਰਤੀ ਦੇ ਉੱਤੇ ਰਾਜ ਕਰ ਰਿਹਾ। ਸਤਿਗੁਰੂ ਨੇ ਦੋਨਾਂ ਨੂੰ ਉਪਦੇਸ਼ ਇੱਕੋ ਜਿਹਾ ਦਿੱਤਾ। ਲਾਲੋ ਨੂੰ ਆਖਿਆ ਕੇਵਲ ਕਿੱਲੇ ਨਹੀਂ ਘੜਨੇ, ਕੇਵਲ ਆਪਣਾ ਕਰਮ ਹੀ ਨਹੀਂ ਕਰਨਾ, ਨਾਮ ਵੀ ਜਪ। ਦੂਜੇ ਪਾਸੇ ਰਾਜਾ ਸ਼ਿਵਨਾਭ ਕਹਿੰਦਾ ਮੈਂ ਰਾਜ ਭਾਗ ਤਿਆਗ ਕੇ ਆ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ ਭਲਿਆ, ਰਾਜ ਭਾਗ ਨਹੀਂ ਤਿਆਗਣ ਦੀ ਲੋੜ। ਇਹਦਾ ਮਤਲਬ ਇਹ ਨਹੀਂ ਕਿ ਜੇ ਰੱਬ ਦਾ ਨਾਮ ਲੈਣਾ ਤਾਂ ਸਭ ਤੋਂ ਕੁਝ ਤਿਆਗ ਦੇਣਾ, ਨਹੀਂ। ਸਤਿਗੁਰੂ ਕਹਿੰਦੇ ਭਲਿਆ ਰਾਜ ਭਾਗ ਤਿਆਗਣ ਦੀ ਲੋੜ ਨਹੀਂ। ਇਸ ਰਾਜ ਭਾਗ ਦੇ ਵਿੱਚ ਰਾਜ ਐਸਾ ਚਲਾ ਕਿ ਤੇਰੇ ਰਾਜ ਵਿੱਚ ਰਹਿੰਦਿਆਂ ਹੋਇਆਂ ਕੋਈ ਇਨਸਾਨ ਭੁੱਖਾ ਨਾ ਸੌਵੇਂ, ਕੋਈ ਦੁਖੀ ਨਾ ਹੋਵੇ, ਕੋਈ ਬਿਮਾਰੀ ਦੀ ਪੀੜ ਮਰੇ ਨਾ, ਅਤੇ ਉਹਨੇ ਬੋਲ ਪਗਾਏ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਹ ਬਚਨ ਕੀਤਾ ਨਾ, ਅਵਰ ਕਾਜ ਤੇਰਾ ਕਿਤੇ ਨਾ ਕੰਮ, ਭਾਵ ਜਦੋਂ ਤੂੰ ਇਸ ਧਰਤੀ ਤੋਂ ਜਾਣਾ ਤੇ ਤੇਰੇ ਇਹ ਕਾਰਜ ਜਿਹੜੇ ਤੂੰ ਕਰ ਰਿਹਾ ਇਹ ਤੇਰੇ ਨਾਲ ਨਹੀਂ ਨਿਭਣੇ। ਨਿਭਣਾ ਕੀ ਹੈ? ਪਰਮਾਤਮਾ ਦਾ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮਾਤਮਾ ਦਾ ਨਾਮ ਸਿਮਰਨ ਕਰ, ਜਿਹੜਾ ਤੇਰੇ ਨਾਲ ਜਾਣਾ।
ਜਿਹਨੇ ਤੈਨੂੰ ਇਸ ਭੌਜਲ ਸਮੁੰਦਰ ਦੇ ਵਿੱਚੋਂ ਦਰ ਦਰ ਤੇ ਠੋਕਰਾਂ ਖਾਂਦੇ ਫਿਰਦੇ ਆ। ਕਦੀ ਹੰਕਾਰ ਨੇ ਸਾੜ ਦਿੱਤਾ, ਕਦੇ ਕ੍ਰੋਧ ਨੇ। ਅੱਜ ਧਰਤੀ ਦੇ ਉੱਤੇ ਕਾਮ ਨੇ ਇੰਨਾ ਕੁ ਜ਼ੋਰ ਫੜਿਆ ਹੋਇਆ, ਥਾਂ ਥਾਂ ਦੇ ਉੱਤੇ ਜਿਹੜਾ ਵਾ ਉਹ ਸਾਡੀਆਂ ਧੀਆਂ ਭੈਣਾਂ ਦੇ ਬਲਾਤਕਾਰ ਹੁੰਦੇ ਨੇ। ਸਤਿਗੁਰੂ ਕਹਿੰਦੇ ਫਿਰ ਇਹ ਤੈਨੂੰ ਸਤਾਏਗਾ ਨਹੀਂ। ਫਿਰ ਤੂੰ ਜਦੋਂ ਗੁਰੂ ਘਰ ਵਿੱਚ ਆਵੇਂਗਾ ਤੈਨੂੰ ਇਹੀ ਉਪਦੇਸ਼ ਮਿਲੇਗਾ, ਪਰ ਬੇਟੀ ਕੋ बेटी जाने पर स्त्री को मात बखाने आपन स्त्री सोरत होई रहत वंत सिंह है सोई। ये गुरु का उपदेश मिलता। इस करके सतगुरु जी ने यह बचन किया कि इस धरती ते जदों मनुख इंसान की जिंदगी जींदा, जदों ये मनुखा देही प्राप्त करके आउंदा, फिर उहदा कर्म है परमात्मा का नाम जपना। ते अज दे शब्द विच यही बयान किया कि जिहड़ा इंसान इस धरती के उत्ते आके परमात्मा का नाम नहीं जपदा, उहदा जन्म लैण का अधिकार नहीं। उहदी मां नूं बांझ भाव उहदे घर औलाद ना होवे, जिहड़ी इस्त्री के घर औलाद जन्म लैके नाम ना जपे। कि सतगुरु जी ने अगे बख्शिश की है, तिन सुनी दे फिरै बिन नावे कोई खप खप मोए करांजा। क्यों ये शब्द वरते? क्योंकि उहदी जिहड़ी देह है, शरीर जिहड़ा है, वो सुइयां परमात्मा के नाम तो। तिन सुनी देह फिरै बिन नावे, नाम तो बगैर उहदी देह जिहड़ी है सुनी पई है। वो खप खप मोए करांजा, थां थां ते भटकदा अज असीं देखदे हां। जगत दे उत्ते हो की रिहा? इंसान इंसान दा दुश्मन है। जानवर जानवर नूं मार के नहीं खुश, वो भी एक दूजे नूं प्यार करते हैं। तो इंसान इंसान का वैरी बनया पिया। केवल गुआढ़ी का नहीं, अपने भरा का भरा दुश्मन है। प्यो पुत की दुश्मनी है, भैन भरा की दुश्मनी पई है। क्यों पई है? क्योंकि हिरदे विच नाम नहीं, तो वो इस धरती के उत्ते परमात्मा के नाम तो बगैर खुवार हुंदा है। सतगुरु का बचन है, हर बिसरत सदा खुवारी। परमात्मा के नाम तो बगैर खुवारी है। इस करके सतगुरु जी ने यह बचन किया। रहाव वाले पदे अंदर सतगुरु जी बख्शिश करते हैं, मेरे मन जप राम नाम हर माजा, हर हर कृपाल कृपा प्रभ धारी, गुर ज्ञान दियो मन समझा। रहाओ गुरु साहब कहते, हे मेरे मन परमात्मा का नाम जप। माझा जिहड़ा तेरे हिरदे विच वसिया होया, तेरे नाल जुड़िया। गुरु साहब कहते जिहड़ा तेरे अंदर है ना, उहदा नाम जप। जिहड़ा तेरे नाल है, सदा अंग संगे अभंगंग विभूते। गुरु गोबिंद सिंह पातशाह कहते तेरे नाल है सदा, तेरे हिरदे विच है। बस तू एक बारी जप, वो तेरे अंदर प्रगट हो जाएगा। हर हर कृपाल कृपा प्रभ धारी, प्रभु कृपालू प्रभु ने जिहड़ा कृपा का खजाना है, जिहड़ा सदा ही कृपा करता। उन्होंने कोई ना जपे, उन्होंने कोई मंदा आखे, असी कहते हैं ना रब ने बड़ी तपश पाई है। रब दे नाल ही असी जिहड़ा वा वो बुरा व्यवहार करते हैं, रब नूं ही ताने देंदे हैं, रब नूं ही मिहणे मारते हैं। मैं तेरे ते मत्था टेकिया, मेरा आ काम नहीं बनिया। गुरु साहब कहते वो सदा ही कृपा का खजाना। तू गुलामां दे चाहे उहदी गल वकड़ी पा लै, वो सदा तेरे नाल जुड़िया। वो इन्ना कृपा का खजाना है। तो वो कृपा का खजाना जिहड़ा है, हर हर कृपाल कृपा प्रभ धारी, गुरु ने परमात्मा ने कृपा की। गुर ज्ञान दियो, गुरु ने हिरदे विच ज्ञान प्रगट किया। मन समझा, तो मेरा मन समझ गया कि मैं सदा उहदे नाम का सिमरन करना है। मेरे मन जप। फिर मैं अपने मन को आखदा तू उहदा नाम जप। सतगुरु जी अगली पंक्ति अंदर बख्शिश करते हैं, हर कीरत कल जुग पद उत्तम, हर पाइए सतगुर माझा। भाई इस कल युग दे विच परमात्मा का नाम सब तो उत्तम है। इस कल युग दे विच जिहड़ा मनुख परमात्मा के नाम नूं सिमरदा है, वो कल युग दे विच उहदा मददगार बन जाता। हर कीरत, हरि दी कीरती ही
कलयुग पद उत्तम, सब तो उत्तम जिहड़ा श्रेष्ठ कर्म है हरि की कीर्ति कलयुग दे विच। हर पाईए सतगुरु माझा कित्थों प्राप्त हुंदा? सतगुरु दे कोलों। सतगुरु माझा नाल जुड़िया, सतगुरु दे नाल जुड़िया ही ये परमात्मा का नाम पा सकीदा है। हऊँ बलिहारी सतगुरु अपने, जिन गुप्त नाम प्रगाजा। मैं अपने सतगुरु तो बलिहारने जाना। हऊँ कुरबानै जाओ मेहरबाना, हऊँ कुरबानै जाऊँ। मैं कुरबान जाना अपने गुरु दे कोलों। हऊँ बलिहारी सतगुरु अपने, क्यों बलिहारने जाना? जिन गुप्त, साडे अंदर गुप्त नाम है, उन्होंने प्रगट कर दिता। किन्ने कीता? किसी नूं पता साडे अंदर परमात्मा का नाम है? केवल गुरु ने ये बूझ बुझाई, ये बुझारत गुरु ने सानू बुझ के दिती कि भले तुहाडे अंदर ही परमात्मा का नाम है। तो वो परमात्मा का नाम फिर साडे अंदर प्रगट हो गया। दर्शन साध मिलियो वडभागी, सब किल विख गए गवाजा। भाई इत्थे शब्द आया साध, दर्शन साध, एक वचन भाव गुरु के परथाए आया। गुरु रहमत कीती ते गुरु के दर्शन मिले, दर्शन साध मिले, गुरु के दर्शन प्राप्त हो गए। सब किल विख गए गवाजा। तो जिहड़े अंदर कालख जमी हुई सी ना विकारां दी, ऐन मैल भरी हुई है, जिहदे कारण रब परमात्मा ते साडे दे विच कंध हुई है, ऐन पतली कंध, जिहदे कारण सानू परमात्मा नज़र ही नहीं आउंदा। असीं समझदे हां सारे साडा सुभाਅ है, इंसानी सुभाਅ है, कोई भी असीं कर्म करते हैं, माड़ा कर्म कर लगते हैं, आखदे इत्थे किहड़ा रब वेखदा, सानू किहड़ा रब वेखदा। नहीं, गुरु के प्यार वाले जिहड़ा है ही अंदर, ते समझाया गुरु ने कि भलिओ तुहाडे अंदर रब है, तुसीं कंधों पार ना देखो, कमरे तो बाहर ना देखो कि कमरे तो बाहर रब है, जां इस चार दीवारी के अंदर कि इत्थे गुरु बैठा नहीं। गुरु के प्यार वालिओ, गुरु तुहाडे नाल सदा है, वो परमात्मा तुहाडे अंदर वसिया होया है। तो सतगुरु कहंदे फिर ये पता चल जाता है कि भाई वो सतगुरु साडे हिरदे विच है, उहदा नाम भी साडे हिरदे विच है। ते जदों असीं गुरु दे दर्शन कर लैंदे हां, दर्शन साध मिलियो वडभागी, गुरु दे जदों सानू वड्डे भागां कारण दर्शन हो जाते ने, सब किल विख गए, फिर वो जिहड़ी कंध है वो ढट जाती है। फिर परमात्मा ते मनुख दे विच दीवार नहीं रहिंदी। दीवार हटाउण वाला कौन है? गुरु। गुरु वो दीवार नूं तोड़ दिंदा ते इंसान मनुखी जामे दे विच कोई भी इंसान जिहदे अंदरों वो कंध टुट जाती है, फिर वो परमात्मा ते आत्मा का मेल हो जाता, फिर वो टुटदा नहीं। फिर कोई वो चाहे उबलदियां देगां विच रख दे, कोई सीस दे उत्ते आरा रख देवे, वो फिर परमात्मा ते उस आत्मा नूं नखेड़ नहीं सकदा। साडा इतिहास ही है ना, किहड़ी शक्ति सी वो जिन्हां ने मातावां जी कोलों सवा सवा मन का पीसना पिसा दिता, गलां विच टोटे पवा दिते, बच्चों के हार छोटे छोटे टोटे करके पा दिते। किहड़ी शक्ति सी? वो यही शक्ति सी, रब हिरदे विच प्रगट हो गया। हुण आत्मा ते परमात्मा एक हो गई, हुण शरीर पासे रह गया। सतगुरु कहंदे वो फिर तां ये हकीकत विच तां गल आउंदी है जदों गुरु मिल पवे ते गुरु सानू ये समझा देवे। ते अखीर विच सतगुरु जी बख्शिश करदे ने, सतगुरु साह पाया वडदाना, हर कीए बहु गुण साझा। मैं सतगुरु पाया वड्डा सतगुरु, जिहदे कोल गुण ही गुण ने, उहदे गुणां दे नाल साझ बनी। क्योंकि गुरु साहब का हुक्म है सांझ करीजा गुणै केरी छोड़ अवगुण चली है। असीं गुणां की सांझ करन वास्ते आए हैं। गुरु रहमत करके परमात्मा के गुणां की सांझ बना के सानू नाम के नाल जोड़िया। ते सतगुरु जी अखीरले पदे विच बख्शिश करते हैं, जिन को किरपा करी जग जीवन, हर उर धारियो मन माझा। भाई जिहदे उत्ते सतगुरु ने किरपा की, जिन को किरपा करी
ਜਗ ਜੀਵਨ, ਜਿਹਨੇ ਜਗਤ ਦੇ ਵਿੱਚ ਜੀਵਨ ਦਿੱਤਾ, ਕਿਹਨੇ ਦਿੱਤਾ? ਰੱਬ ਨੇ, ਪ੍ਰਮਾਤਮਾ ਨੇ। ਹਰ ਉਰ ਧਾਰਿਓ ਮਨ ਮਾਝਾ, ਜਿਹੜਾ ਮਨ ਦੇ ਅੰਦਰ ਵਸਿਆ ਹੋਇਆ ਏ ਉਹ ਸਾਡੇ ਹਿਰਦੇ ਵਿੱਚ ਟਿਕ ਗਿਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਾਡੇ ਕੀਤੇ ਹੋਏ ਕਰਮਾਂ ਦੇ, ਜਿਹੜੇ ਅਸੀਂ ਪਿਛਲੇ ਜੀਵਨ ਦੇ ਵਿੱਚ ਕਰਮ ਕੀਤੇ ਆ ਨਾ, 84 ਲੱਖ ਜੂਨਾਂ ਭੋਗ ਕੇ ਆਏ ਆ, ਉਹਨਾਂ ਦੀ ਕਾਲਕ ਸਾਡੇ ਮਨ ਉੱਤੇ ਚੜ੍ਹੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆਸ਼ਾ। ਉਹ ਪਿਛਲੇ ਜਨਮ ਜਿਹੜੇ ਸੀ, ਜਦੋਂ ਅਸੀਂ ਜ਼ਹਿਰ ਘੋਲਦੇ ਆ ਨਾ ਕਿਸੇ ਉੱਤੇ, ਸਮਝਿਆ ਕਰੋ ਕਿ ਅਸੀਂ ਸੱਪ ਦੀ ਜੂਨ ਵਿੱਚੋਂ ਵੀ ਆਏ। ਸਾਡੇ ਅੰਦਰ ਕਾਮ ਵਾਸ਼ਨਾ ਆਵੇ, ਸਮਝੋ ਅਸੀਂ ਹਾਥੀ ਦੀ ਜੂਨ ਵੀ ਭੋਗੀ ਹੈ। ਵੈਸੇ 84 ਲੱਖ ਜੂਨਾਂ ਭੋਗੀਆਂ ਨੇ। ਉਹ 84 ਲੱਖ ਜੂਨਾਂ ਦਾ ਜਿਹੜਾ ਮਨ ਉੱਤੇ ਅਸਰ ਹੈ ਨਾ, ਸਤਿਗੁਰੂ ਕਹਿੰਦੇ ਫਿਰ ਜਦੋਂ ਉਹ ਪ੍ਰਮਾਤਮਾ ਰਹਿਮਤ ਕਰਦਾ ਹੈ, ਪਿਛਲੇ ਜਿੰਨੇ ਵੀ ਮਨ ਉੱਤੇ ਕਾਲਖ ਦੇ ਦਾਗ ਨੇ ਉਹਨਾਂ ਨੂੰ ਧੋ ਦਿੰਦਾ। ਤੇ ਧੋਣ ਤੋਂ ਬਾਅਦ ਕੀ ਕਰਦਾ? ਕਿ ਉਹ ਸਾਂਭ ਕੇ ਰੱਖਦਾ? ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭਾਈ ਮਹਾਂ ਸਿੰਘ ਜੀ ਗੋਦ ਵਿੱਚ ਪਏ ਨੇ, ਸਿਰ ਉੱਤੇ ਵਾਰ ਹੋਇਆ, ਮੌਤ ਦਰਵਾਜ਼ੇ 'ਤੇ ਹੈ। ਤੇ ਭਾਈ ਮਹਾਂ ਸਿੰਘ ਜੀ, ਸਤਿਗੁਰੂ ਕਹਿੰਦੇ ਕੀ ਚਾਹੀਦਾ? ਮੁਕਤੀ ਦੇ ਦਈਏ। ਸਤਿਗੁਰੂ ਕਹਿੰਦੇ, ਭਾਈ ਮਹਾਂ ਸਿੰਘ ਜੀ ਕਹਿੰਦੇ ਨਹੀਂ, ਜਿਹੜਾ ਤੇਰੇ ਹੱਥ ਵਿੱਚ ਕਾਗਜ਼ ਹੈ ਉਹਨੂੰ ਪਾੜ ਦੇ। ਉਹ ਕਾਗਜ਼ ਕਿਹੜਾ ਸੀ? ਬਦਾਵੇ ਦਾ। ਸਤਿਗੁਰੂ ਕਹਿੰਦੇ ਉਹ ਤਾਂ ਕਦੋਂ ਦਾ ਪਾੜ ਦਿੱਤਾ, ਆ ਮੈਂ ਨਾਲ ਲੈ ਕੇ ਆਇਆ ਸੀ। ਨਹੀਂ ਸਤਿਗੁਰੂ ਜੀ, ਤੁਹਾਡੀ ਨਿਗਾਹ ਵਿੱਚ ਪੱਟ ਆਈ, ਇਹ ਕਾਗਜ਼ ਵੀ ਪਾੜ ਦਿਓ। ਸਤਿਗੁਰੂ ਨੇ ਉਹਦੇ ਅੱਖਾਂ ਦੇ ਸਾਹਮਣੇ ਉਹ ਕਾਗਜ਼ ਪਾੜ ਦਿੱਤਾ। ਪਿਛੇ ਕੀਤੀ ਹੋਈ ਭੁੱਲ ਸਤਿਗੁਰੂ ਨੇ ਆਪਣੀ ਗੋਦ ਵਿੱਚ ਖਤਮ ਕਰ ਦਿੱਤੀ। ਤੇ ਭਾਈ ਮਹਾਂ ਸਿੰਘ ਜੀ ਬੜੇ ਹੀ ਸਤਿਕਾਰ ਦੇ ਨਾਲ ਆਪਣੇ ਸਵਾਸਾਂ ਨੂੰ ਤਿਆਗ ਕੇ ਸ਼ਹਾਦਤ ਦਾ ਜਾਮ ਪੀਂਦੇ ਨੇ। ਕਿਉਂ? ਸਤਿਗੁਰੂ ਨੇ ਰਹਿਮਤ ਕੀਤੀ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਰਹਿਮਤ ਕਰਦਾ ਹੈ ਸਤਿਗੁਰੂ, ਫਿਰ ਕੇਵਲ ਇਸ ਧਰਤੀ 'ਤੇ ਨਹੀਂ, ਉਹ ਧਰਮ ਰਾਜ ਵੀ, ਜਿਹਦੇ ਕੋਲ ਸਾਡਾ ਲੇਖਾ ਜੋਖਾ ਨਾ, ਉਹ ਧਰਮ ਰਾਜ ਵੀ, ਧਰਮ ਰਾਏ ਦਰ ਕਾਗਜ਼ ਫਾਰੇ, ਉਹ ਆਪਣੇ ਦਰ ਉੱਤੇ ਕਹਿੰਦੇ ਕਾਗਜ਼ ਫਾੜ ਦਿੰਦਾ। ਜਨ ਨਾਨਕ ਲੇਖਾ ਸਮਝਾ। ਜਦੋਂ ਇਹ ਰਹਿਮਤ ਕਰਕੇ ਸਤਿਗੁਰੂ ਸਾਡੀ ਝੋਲੀ ਵਿੱਚ ਦਾਤ ਪਾ ਦਿੰਦਾ ਹੈ। ਅੱਜ ਦਾ ਇਹ ਪਾਵਨ ਬਚਨ ਜੋ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ, ਮੈਂ ਬੇਨਤੀ ਕਰਾਂ, ਸਤਿਗੁਰੂ ਨੇ ਸ਼ਬਦ ਬੜੇ ਕੜੜੇ ਵਰਤੇ। ਤੇ ਮੈਂ ਆਰੰਭ ਵਿੱਚ ਹੀ ਕਿਹਾ ਸੀ, ਨਿਰਾਸ਼ਾਵਾਦੀ ਨਹੀਂ ਹੋਣਾ, ਆਸ਼ਾਵਾਦੀ ਹੋਣਾ। ਪਿਛਲੇ ਔਗੁਣ ਜਿਹੜੇ ਨੇ ਉਹ ਸਤਿਗੁਰੂ ਬਖਸ਼ ਲੈਂਦਾ ਏ ਤੇ ਅੱਗੇ ਝੋਲੀ ਵਿੱਚ ਗੁਣ ਪਾ ਦਿੰਦਾ ਏ, ਜੇ ਅਸੀਂ ਅੱਗਾ ਸਵਾਰ ਲਈਏ। ਜਿਹੜਾ ਲੰਘ ਗਿਆ ਨਾ ਸਮਾਂ, ਉਸ ਸਮੇਂ ਨੂੰ ਤਾਂ ਹੁਣ ਅਸੀਂ ਵਾਪਸ ਨਹੀਂ ਲਿਆ ਸਕਦੇ, ਪਰ ਆਉਣ ਵਾਲਾ ਜਿਹੜਾ ਸਮਾਂ ਹੈ ਉਹਨੂੰ ਸੰਭਾਲ ਲਈਏ ਤੇ ਫਿਰ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਰਹਿਮਤਾਂ ਕਰੇਗਾ। ਪਰ ਜੇ ਨਹੀਂ ਸੰਭਾਲਦੇ ਤੇ ਫਿਰ ਸਤਿਗੁਰੂ ਦੀ ਉਹੀ ਕਰੜੇ ਬੋਲ ਨੇ ਕਿ ਭਲਿਓ, ਜੇ ਇਸ ਧਰਤੀ ਦੇ ਉੱਤੇ ਮਾਂ ਆ ਕੇ ਆਪਣੇ ਜਵਾਕ ਨੂੰ ਜਨਮ ਦਿੰਦੀ ਹੈ, ਧੀ ਪੁੱਤਰ ਨੂੰ ਜਨਮ ਦਿੰਦੀ ਹੈ, ਤੇ ਉਹ ਨਾਮ ਨਹੀਂ ਜਪਦਾ, ਫਿਰ ਉਹਦਾ ਜੰਮਿਆ ਹੋਇਆ ਉਹ ਪੁੱਤਰ ਧੀ ਉਹਨੇ ਆਪਣਾ ਨੂਰ ਤੇ ਗਵਾ ਲਿਆ, ਆਪਣੇ ਤਨ ਦਾ ਸੁਹੱਪਣ ਤੇ ਗਵਾ ਲਿਆ, ਪਰ ਉਸ ਬੱਚੇ ਨੇ ਉਹਦੇ ਤਨ ਦੇ ਸੁਹੱਪਣ ਨੂੰ ਕਲੰਕ ਲਾ ਦਿੱਤਾ। ਇਹਦੇ ਨਾਲੋਂ ਚੰਗਾ ਸੀ ਕਿ ਮਾਂ ਬਾਂਝ ਰਹਿ ਜਾਂਦੀ। ਸਤਿਗੁਰੂ ਜੀ ਦੇ ਇਹ ਬਚਨ ਨੇ। ਪਰ ਜਿਨ੍ਹਾਂ ਨੇ ਧੀ ਪੁੱਤਰ ਨੂੰ ਜਨਮ ਦੇ ਕੇ ਇਸ ਧਰਤੀ ਦੇ ਉੱਤੇ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ, ਸਤਿਗੁਰੂ ਜੀ ਨੇ ਆਸ ਦਰਸਾਈ ਕਿ ਫਿਰ ਉਹਦੇ ਪਿਛਲੇ ਕੀਤੇ ਹੋਏ ਔਗੁਣ ਜਿਹੜੇ ਨੇ, ਪਿਛਲੇ ਜਨਮਾਂ ਦੀ ਜਿਹੜੀ ਲੱਗੀ ਹੋਈ ਕਾਲਖ ਹੈ, ਸਤਿਗੁਰੂ ਆਪਣੇ ਦਰ ਤੇ ਉਹ ਪ੍ਰਮਾਤਮਾ ਦੇ ਧਰਮ ਰਾਜ ਜਿਹਨੇ ਸਾਡਾ ਲੇਖਾ ਲਿਖਿਆ, ਧਰਮ ਰਾਏ ਦਰ ਕਾਗਜ਼ ਫਾਰੇ, ਉਹਦੇ ਦਰ ਉੱਤੇ ਵੀ ਉਹ ਆਪਣੇ ਕਾਗਜ਼ ਫਾੜ ਦਿੰਦਾ ਹੈ। ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ। ਪਾਤਸ਼ਾਹ ਰਹਿਮਤ ਕਰਨੀ, ਸਾਡੀ ਝੋਲੀ ਵਿੱਚ ਵੀ ਨਾਮ ਦਾਨ ਦੀ ਦਾਤ ਪਾਉਣੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਿਚਾਰ ਕਰਦੇ ਹਾਂ, ਸਤਿਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਅਖੀਰ ਗੁਰਫਤਿਹ ਨਾਲ ਸਾਂਝ ਬਣਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।